ਬ੍ਰਿਟਿਸ਼ ਕੋਲੰਬੀਆ ਵਿੱਚ ਆਏ ਹੜ੍ਹਾਂ ਕਾਰਨ ਬਹੁਤ ਸਾਰੇ ਲੋਕ ਘਰੋਂ ਬੇਘਰ ਹੋਏ ਹਨ। ਭਾਵੇਂ ਕਿ ਹੁਣ ਹੜ੍ਹਾਂ ਦੇ ਹਾਲਾਤ ਸੁਧਰ ਰਹੇ ਨੇ, ਪਰ ਅਜੇ ਵੀ ਘਰੋਂ ਬੇਘਰ ਹੋਏ ਬਹੁਤ ਸਾਰੇ ਫਾਰਮਰਸ ਆਪਣੇ ਘਰਾਂ ਤੱਕ ਪਹੁੰਚ ਨਹੀਂ ਕਰ ਪਾ ਰਹੇ ਤੇ ਜਿਹੜੇ ਆਪਣੇ ਘਰ ਪਹੁੰਚ ਸਕੇ ਹਨ ਉਹਨਾਂ ਕੋਲੇ ਆਪਣੇ ਘਰਾਂ ਦੀ ਹਾਲਤ ਵੇਖੀ ਨਹੀਂ ਜਾ ਰਹੀ। I really miss it. It's sad. I'm gonna go back as fast as I can, but I don't think I can. ਅਸੀਂ 17 ਦਿਨਾਂ ਬਾਅਦ ਆਏ ਹਾਂ ਅੱਜ। ਹਾਂਜੀ, ਹਜੇ ਕੋਈ ਸਿਚੁਏਸ਼ਨ ਦਿਸਦੀ ਨਹੀਂ ਹੈਗੀ। ਪਾਣੀ ਉਨਾ ਹੀ ਆ, ਦੂਰੋਂ ਦੇਖਿਆ ਆ, ਥੋੜਾ ਬੇਰੀ ਦੇ ਸਿਰੇ ਦਿਸਦੇ ਆ, ਥੋੜੀ ਸ਼ੈੱਡ ਦਿਸਦੀ ਆ, ਪਰ ਘਰ ਤੱਕ ਨਹੀਂ ਪਹੁੰਚ ਹੋਇਆ। ਇਸ ਟਾਈਮ ਭੈਣ ਜੀ ਜਿਹੜੇ ਉਹ ਟਰੀ ਹਰੇ ਰੰਗ ਦੇ ਦਿੰਦੇ ਆ, ਉਹ ਆਪਣਾ ਫੀਲਡ ਆ। ਸਟਿਲ 5 ਤੋਂ 6 ਫੁੱਟ ਪਾਣੀ ਇਸ ਟਾਈਮ ਹੈਗਾ ਵਾ। ਸ਼ਾਪ ਦੇ ਵਿੱਚ ਵੀ 5 ਫੁੱਟ ਪਾਣੀ ਹੈਗਾ। ਟਰੈਕਟਰ ਸਾਰੀ ਮਸ਼ੀਨਰੀ ਜਿੱਦਾਂ 5 ਫੁੱਟ ਡੁੱਬੀ ਪਈ ਆ। ਕੋਈ ਨਹੀਂ ਸਾਡੇ ਸੁਧਾਰ ਹੋਇਆ। ਜਿਹੜਾ 2 ਵੀਕ ਪਹਿਲਾਂ ਸੀ ਸੇਮ ਸਿਚੁਏਸ਼ਨ ਹੀ ਆ। 4-4 ਫੁੱਟ ਪਾਣੀ ਆ। ਜਾ ਕੇ ਆਏ ਆ ਅੰਦਰ, ਸਾਤੋਂ ਡੋਰਾਂ ਖੋਲ੍ਹਦੀਆਂ ਨਹੀਂ, ਅੰਦਰ ਪੂਰਾ ਪ੍ਰੈਸ਼ਰ ਆ, ਪਾਣੀ ਨਾਲ ਅੰਦਰ ਭਰੇ ਪਿਆ। ਪਾਣੀ ਘਟਦਾ ਗਿਆ, ਬਹੁਤ ਘਟ ਗਿਆ। 4 ਫੁੱਟ ਘਟ ਗਿਆ ਹੋਊ। ਅਜੇ ਵੀ 2-2.5 ਫੁੱਟ ਪਾਣੀ ਹੈਗਾ ਅੰਦਰ। ਉਹਦੇ ਨਾਲ ਡਰਾਈ ਵਾਲ ਜੀ ਹੋ ਕੇ ਗਲ ਕੇ ਹੌਲੀ ਹੌਲੀ ਉਹ ਬਣ ਕੇ ਉਹ ਥੱਲੇ ਡਿੱਗੀ ਹੋਈ ਸੀ। ਉੱਤੋਂ ਕੰਧ ਜੀ ਆਪਣੇ ਰੂਮ ਦੀ ਮੂਹਰਲੇ ਦੀ ਦੱਸਿਆ ਤਾਂ ਨਹੀਂ ਗਿਆ ਜੀ। ਚਲੋ ਫਿਰ ਵੀ ਹੁਣ ਕਸੂਰ ਤਾਂ ਆਪਦਾ ਹੀ ਹੁੰਦਾ, ਆਪਾਂ ਪਤਾ ਤਾਂ ਆਪਾਂ ਹੀ ਕਰਨਾ ਹੈ ਨਾ। ਐਵੇਂ ਦੂਜੇ ਬੰਦੇ ਨੂੰ ਬਲੇਮ ਕਰ ਜਾਈਏ ਹੈ ਨਾ। ਨਾਲੇ ਫਰੈਂਡ ਹੀ ਸੀ ਆਪਦੇ ਜਿਹਨਾਂ ਤੋਂ ਲਿਆ ਸੀ, ਮੇ ਵੀ ਉਹਨਾਂ ਨੂੰ ਨਹੀਂ ਪਤਾ ਹੋਣਾ, ਉਹਨਾਂ ਨੇ ਕਿਹੜਾ ਬਣਾਇਆ ਸੀ। ਹੁਣ ਤਾਂ ਜਿਵੇਂ ਡੇ ਬਾਈ ਡੇ ਤੁਹਾਨੂੰ ਹੋਰ ਜਿਵੇਂ ਤੁਹਾਡਾ ਜ਼ਖਮ ਹਰਾ ਹੁੰਦਾ, ਦੇਖ ਦੇਖ ਕੇ ਤੁਹਾਨੂੰ ਉਵੇਂ ਫੀਲ ਹੋ ਰਹੀਆਂ ਇਹ ਚੀਜ਼ਾਂ ਸਾਰੀਆਂ, ਤੁਸੀਂ ਖੁਦ ਦੇਖ ਸਕਦੇ ਹੋ। ਹੁਣ ਇਹ ਸਮਝ ਨਹੀਂ ਆਉਂਦੀ ਕਿ ਇਹਦੀ ਵੀ ਕਦੋਂ ਇਹਦਾ ਐਂਡ ਹੋਣਾ ਹੈਗਾ। ਖੇਤੀਬਾੜੀ ਨਾਲ ਸੰਬੰਧਿਤ 3 ਕਾਲੇ ਕਾਨੂੰਨਾਂ ਨੂੰ ਲੈ ਕੇ ਭਾਰਤ ਵਿੱਚ ਕਿਸਾਨਾਂ ਵੱਲੋਂ ਲੰਬਾ ਚਿਰ ਸੰਘਰਸ਼ ਕੀਤਾ ਗਿਆ, ਜਿਸ ਵਿੱਚ 700 ਤੋਂ ਵੱਧ ਕਿਸਾਨ ਸ਼ਹੀਦ ਵੀ ਹੋਏ ਅਤੇ ਅੰਤ ਵਿੱਚ ਕਿਸਾਨਾਂ ਦੀ ਜਿੱਤ ਹੋਈ ਤੇ ਭਾਰਤ ਸਰਕਾਰ ਨੂੰ ਕਿਸਾਨਾਂ ਅੱਗੇ ਝੁਕਣਾ ਪਿਆ ਅਤੇ ਤਿੰਨੋਂ ਕਾਨੂੰਨਾਂ ਨੂੰ ਸਰਕਾਰ ਨੇ ਵਾਪਸ ਲੈ ਲਿਆ। ਕਿਸਾਨਾਂ ਦੀ ਇਸ ਜਿੱਤ ਨੂੰ ਲੈ ਕੇ ਹਰ ਪਾਸੇ ਕਿਸਾਨ ਸਮਰਥਕਾਂ ਵੱਲੋਂ ਖੁਸ਼ੀ ਪ੍ਰਗਟਾਈ ਗਈ। ਬਰੈਂਪਟਨ ਤੋਂ ਰੀਜਨਲ ਕਾਉਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਵੀ ਮੋਦੀ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਤੇ ਕਿਸਾਨਾਂ ਨੂੰ ਵਧਾਈ ਦਿੰਦੇ ਹੋਏ ਉਹਨਾਂ ਲਈ ਇੱਕ ਸੰਦੇਸ਼ ਜਾਰੀ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਮਸਤੇ, ਸਲਾਮ and hello. I'd like to take this opportunity to congratulate the people of India and those people across the world who participated in the largest protest in human history against the 3 farm laws which finally, after 1 year, were repealed by the Indian government on November 29th. This is a victory for India's farmers, and it was truly a global effort. As the son of an Indian farmer and a councillor in Brampton, Canada, I'm proud that at the onset of the protest, I quickly moved to get a resolution passed by my council in support of the farmers. And I also worked directly with Canada's National Farmers Union to release an official statement standing in solidarity with India's farmers. Also, I'd like to recognize the thousands of residents across Brampton and the Greater Toronto area who participated in rallies and protests, big and small, and sometimes through severe weather. I applaud you for your steadfast dedication and perseverance. Finally, thank you to Prime Minister Modi for taking this positive step, and I'm hopeful that there will be continued dialogue going forward between India's farmers' unions and his government to ensure that the country's agricultural sector and economy prosper. ਕੱਲ੍ਹ ਭਾਵ 3 ਦਸੰਬਰ ਦਾ ਦਿਨ ਡਿਸੇਬਿਲਿਟੀ ਨਾਲ ਜੂਝ ਰਹੇ ਲੋਕਾਂ ਨੂੰ ਸਮਰਪਿਤ ਰਿਹਾ। ਇਸ ਦਿਨ ਕਈ ਸੰਸਥਾਵਾਂ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਉਪਰਾਲੇ ਵੀ ਕੀਤੇ ਗਏ, ਪਰ ਅੱਜ ਵੀ ਸਾਡੇ ਸਮਾਜ ਵਿੱਚ ਡਿਸੇਬਿਲਿਟੀ ਕਾਰਨ ਕਈ ਲੋਕਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਬਰੈਂਪਟਨ ਦੀ ਇੱਕ ਮਾਂ ਦਾ ਕਹਿਣਾ ਹੈ ਕਿ ਡਿਸੇਬਿਲਿਟੀ ਕਾਰਨ ਉਸਦੇ 10 ਸਾਲ ਦੇ ਪੁੱਤਰ ਨਾਲ ਕਈ ਵਾਰ ਬੁਲਿੰਗ ਹੁੰਦੀ ਹੈ ਅਤੇ ਇਸ ਦੇ ਸੰਬੰਧ ਵਿੱਚ ਉਹਨਾਂ ਆਪਣੇ ਤਜਰਬੇ ਸਾਂਝੇ ਕੀਤੇ। ਉਹਦੀ ਲੈਫਟ ਸਾਈਡ ਵੀਕ ਆ, ਜਿੱਦਾਂ ਸਾਰੀ ਆਰਮ ਤੇ ਲੈਗ, ਆਈਜ਼ ਤੋਂ ਲੈ ਕੇ ਵੀ ਸਾਰੀ ਲੈਫਟ ਸਾਈਡ ਦੇ ਵਿੱਚ ਪ੍ਰੋਬਲਮ ਆ। ਹਾਂ, ਉਹਦੇ ਨਾਲ ਸਕੂਲ 'ਚ ਬੁਲਿੰਗ ਹੁੰਦੀ ਆ। ਜਦੋਂ ਉਹ ਪਹਿਲਾਂ ਗ੍ਰੇਡ 4 'ਚ ਗਿਆ ਸੀਗਾ, ਉਦੋਂ ਬੱਚਿਆਂ ਨੇ ਉਹਦੇ ਨਾਲ ਪਲੇ ਕਰਨ ਤੋਂ ਮਨਾ ਕਰ ਦਿੱਤਾ ਸੀ ਵੀ ਇਹ ਫਾਸਟ ਰਨ ਨਹੀਂ ਕਰਦਾ। ਦੈਨ ਹੀ ਫੀਲ ਬੈਡ, ਲਾਈਕ ਮੇਰੇ ਫਰੈਂਡਸ ਮੇਰੇ ਨਾਲ ਪਲੇ ਨਹੀਂ ਕਰਦੇ। ਫਿਰ ਜਦੋਂ ਹੁਣ ਉਹ ਗ੍ਰੇਡ 6 'ਚ ਗਿਆ ਆ, ਇੱਥੇ ਉਹਨੂੰ ਲਾਈਕ ਉਹ ਵਾਕ ਨਹੀਂ ਕਰਦਾ, ਆਪਣੇ ਵਾਂਗੂ ਨੋਰਮਲ ਨਹੀਂ ਹੈਗਾ। ਉੱਥੇ ਉਹਨੂੰ ਬੱਚਿਆਂ ਨੇ ਕਿਹਾ ਸੀਗਾ ਤੂੰ ਲਾਈਕ ਬਾਬਿਆਂ ਵਾਂਗੂ ਵਾਕ ਕਰਦਾ ਹੈ। ਅਤੇ ਦੈਨ ਪਹਿਲਾਂ ਉਹਨੇ ਮੈਨੂੰ ਦੱਸਿਆ ਆ ਕਿ ਘਰੇ ਨੋਰਮਲ ਸੀਗਾ, ਅਤੇ ਮੈਂ ਕਿਹਾ ਦੱਸ ਓਕੇ ਵੀ ਬੱਚੇ ਆ, ਸਮ ਟਾਈਮ ਕਹਿ ਦਿੰਦੇ ਕੋਈ ਨਾ, ਰਾਈਟ, ਗੱਲ ਇਗਨੋਰ ਕਰ ਦਿੱਤਾ। ਫਿਰ ਉਹਨੇ ਲਾਈਕ ਜਿੱਦਾਂ ਮੰਨ ਲਓ ਮੰਡੇ ਦੱਸਿਆ, ਦੈਨ ਉਹਨੇ ਫਰਾਈਡੇ ਜਦੋਂ ਮੇਰੇ ਕੋਲ ਆਇਆ ਉਹ ਰੋਣ ਲੱਗ ਗਿਆ ਘਰੇ ਆ ਕੇ ਵੀ ਮੈਨੂੰ ਬੱਚੇ ਰੋਜ਼ ਇੱਦਾਂ ਕਹਿੰਦੇ ਆ ਵੀ ਮੈਨੂੰ ਲਾਈਕ ਉਹ ਬੈਡ ਫੀਲ ਕੀਤਾ। ਉਹ ਬਹੁਤ ਰੋਇਆ ਵੀ ਤੂੰ ਮਾਈਂਡ ਵਾਈਜ਼ ਬਹੁਤ ਸਟਰੋਂਗ ਆ, ਆਲਵੇਜ਼ ਤੂੰ ਪੋਜ਼ੀਟਿਵ ਸੋਚਦਾ ਆ। ਸਮ ਬੱਚੇ ਆ ਤੂੰ ਕਹਿੰਦਾ ਮੇਰੀ ਗ੍ਰੇਡਸ ਦੇਖ ਕਿੰਨੇ ਮਾਰਕਸ ਗੁੱਡ ਆਏ ਆ, ਮੇਰੇ ਫਰੈਂਡ ਦੇ ਨਹੀਂ ਆਏ, ਵੀ ਸਾਰੇ ਸੇਮ ਨਹੀਂ ਹੁੰਦੇ। ਤੇਰੇ ਵਿੱਚ ਜਿਹੜੀਆਂ ਐਬਿਲਿਟੀਜ਼ ਹੈਗੀਆਂ ਮੇ ਬੀ ਤੇਰੇ ਫਰੈਂਡਸ ਵਿੱਚ ਨਹੀਂ ਹੋਣਗੇ। ਉਹਨੇ ਇਹ ਗੱਲ ਅੰਡਰਸਟੈਂਡ ਕੀਤੀ ਹੈ। ਏਰੀਆ 'ਚ ਜਿਹੜੇ ਉਹਨਾਂ ਨੇ ਸਟੈਟਿਸਟਿਕ ਰਿਲੀਜ਼ ਕੀਤੇ ਆ ਬੜੇ ਹੀ ਸ਼ਰਮਨਾਕ ਤੇ ਦੁਖਦਾਇਕ ਹੈ।
ਤਕਰੀਬਨ 42% ਉਹਨਾਂ ਨੇ ਕਿਹਾ ਹੈ ਕਿ ਜਿਹੜੇ ਬੱਚੇ ਡਿਸੇਬਲ ਹੈ ਉਹਨਾਂ ਨੇ ਬੁਲਿੰਗ ਦਾ ਐਕਸਪੀਰੀਅੰਸ ਸ਼ੇਅਰ ਕੀਤਾ ਹੈਗਾ। ਕਈ ਵਾਰੀ ਤਾਂ ਬੱਚੇ ਸ਼ੇਅਰ ਨਹੀਂ ਕਰਦੇ, ਹੋ ਸਕਦਾ ਹੈ ਨੰਬਰ ਇਸ ਤੋਂ ਵੀ ਜ਼ਿਆਦਾ ਹੋਏ। ਤੇ ਜਿਹੜੇ ਬੱਚਿਆਂ 'ਚ ਡਿਸੇਬਿਲਿਟੀ ਥੋੜੀ ਸਵੇਅਰ ਸੀਗੀ ਉਹਨਾਂ ਨੇ ਆਲਮੋਸਟ 62% ਬੱਚਿਆਂ ਨੇ ਕਿਹਾ ਕਿ ਉਹ ਬੁਲਿੰਗ ਦਾ ਸ਼ਿਕਾਰ ਹੋਏ। ਸਾਨੂੰ ਬੁਲਿੰਗ ਨੂੰ ਐਕਨੋਲੇਜ ਕਰਨਾ ਚਾਹੀਦਾ। ਇਹਦੇ 'ਚ ਕੋਈ ਸ਼ਰਮ ਨਹੀਂ ਹੈ ਕਿ ਜੇ ਕੋਈ ਬੱਚਾ ਬੁਲੀ ਹੋ ਰਿਹਾ ਅਸੀਂ ਕਦੇ ਉਹਨੂੰ ਨਾ ਕਹੀਏ ਕਿ ਕੋਈ ਨਹੀਂ ਬੇਟੇ ਤੂੰ ਪਰਾ ਹੋ ਜਾ ਜਾਂ ਤੂੰ ਉਸ ਖੇਲ 'ਚ ਸਪੋਰਟਸ 'ਚ ਪਾਰਟਿਸਿਪੇਟ ਹੀ ਨਾ ਕਰ। ਆਈ ਥਿੰਕ ਵੀ ਸ਼ੁੱਡ ਸਟੈਂਡ ਬਾਈ ਵਿਦ ਆਵਰ ਕਿਡਸ। ਤੇ ਜੇ ਉਹਦੇ ਦੂਸਰੇ ਪੇਰੈਂਟਸ ਨੂੰ ਜਾਂ ਸਕੂਲ ਬੋਰਡ ਨੂੰ ਕੰਪਲੇਨ ਕਰਨੀ ਆ ਸਾਨੂੰ ਟਾਈਮ ਕੱਢ ਕੇ ਤੇ ਉਹ ਕੰਪਲੇਨ ਵੀ ਜ਼ਰੂਰ ਕਰਨੀ ਚਾਹੀਦੀ ਹੈ। ਬਰੈਂਪਟਨ ਦੇ ਵਿੱਚ ਇੱਕ ਖਾਲਸਾ ਸਕੂਲ ਨੂੰ ਸਿੱਖੀ ਵਿਰੋਧੀ ਅਤੇ ਨਫ਼ਰਤ ਭਰੇ ਸੰਦੇਸ਼ਾਂ ਨਾਲ ਨਿਸ਼ਾਨਾ ਬਣਾਇਆ ਗਿਆ। ਇਸ ਦੌਰਾਨ ਸਕੂਲ ਦੀਆਂ ਕੁਝ ਥਾਵਾਂ ਤੇ ਪੇਂਟ ਨਾਲ ਭੱਦੀ ਸ਼ਬਦਾਵਲੀ ਲਿਖੀ ਹੋਈ ਸੀ। ਸਕੂਲ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਬਾਰੇ ਉਹਨਾਂ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪ੍ਰੀਮੀਅਰ ਡਗ ਫੋਰਡ ਵੱਲੋਂ ਵੀ ਇਸ ਮਾਮਲੇ ਵਿੱਚ ਟਵੀਟ ਕਰਕੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਐਕਚੁਅਲੀ ਕੱਲ ਹੀ ਅਸੀਂ ਨੋਟਿਸ ਕਰ ਲਿਆ ਸੀ ਜਦੋਂ ਪੇਰੈਂਟਸ ਡ੍ਰੌਪ ਕਰਨ ਆਉਂਦੇ ਨੇ ਬੱਚਿਆਂ ਨੂੰ, ਉਸ ਵੇਲੇ ਉਹ ਜਿਹੜਾ ਕਨਵੀਨੀਅੰਸ ਸਟੋਰ ਉਹਦੇ ਸ਼ਟਰਸ ਡਾਊਨ ਹੁੰਦੇ ਆ ਤੇ ਉਹਦੇ ਸ਼ਟਰਸ ਤੇ ਉਹਨਾਂ ਨੇ ਬੜੇ ਗ੍ਰੈਫਿਟੀ ਪੇਂਟ ਕੀਤੀ ਸੀ। ਤੇ ਅਸੀਂ ਕੰਟੈਕਟ ਕੀਤਾ ਤੇ ਕਾਂਡੋ ਕਾਰਪੋਰੇਸ਼ਨ ਨੂੰ, ਉਹਨਾਂ ਨੇ ਪੁਲਿਸ ਨੂੰ ਕੰਟੈਕਟ ਕੀਤਾ ਤੇ ਪੁਲਿਸ ਨੇ ਕਿਹਾ ਕਿ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ, ਤੁਸੀਂ ਹਲੇ ਮੈਸੇਜ ਨੂੰ ਇਰੇਜ਼ ਨਾ ਕਰਿਓ, ਸਾਨੂੰ ਐਵੀਡੈਂਸ ਕਲੈਕਟ ਕਰ ਲੈਣ ਦਿਓ। ਤੇ ਸੋ ਵੀ ਵਰ ਹੋਪਿੰਗ ਵੀ ਉਹ ਸ਼ਾਮ ਤੱਕ ਇਰੇਜ਼ ਕਰ ਦੇਣਗੇ। ਬਟ ਇਸ ਤਰ੍ਹਾਂ ਹੋਇਆ ਕਿ ਉਹਨਾਂ ਨੇ ਜਿਹੜਾ ਡਿਊਟੀ ਲਾਈ ਉਹ ਕੰਮ ਹੀ ਸ਼ਾਮ ਨੂੰ ਕਰਦੇ। ਤੇ ਸੋ ਦਿਸ ਮਾਰਨਿੰਗ ਵਨ ਵੀ ਕੇਮ ਬੈਕ ਟੂ ਸਕੂਲ ਸਾਰੇ ਫਿਰ ਉਹ ਮੈਸੇजेस ਸੀਗੇ ਤਾਂ ਦੈਟ ਵਾਸ ਫਿਰ ਥੋੜਾ ਜ਼ਿਆਦਾ ਸ਼ੌਕਿੰਗ ਲੱਗਿਆ ਵੀ ਅਸੀਂ ਰਿਪੋਰਟ ਵੀ ਕੀਤਾ ਫਿਰ ਵੀ ਹਲੇ ਇੱਥੇ ਕੁਝ ਹੋਇਆ ਨਹੀਂ। Yeah, they told me that it's been happening at some other places and they told me it's possibly the same person who's doing it. So Absolutely, ਸਾਨੂੰ ਬੜੀ ਓਵਰਵੈਲਮਿੰਗ ਸਪੋਰਟ ਮਿਲ ਰਹੀ ਹੈ ਫਰਮ ਆਲ, ਜੇ ਤੁਸੀਂ ਸੋਸ਼ਲ ਮੀਡੀਆ ਵੀ ਦੇਖੋ ਹੈ ਨਾ, ਫਰਮ ਵੇਰੀਅਸ ਕਮਿਊਨਿਟੀਜ਼, ਇਵਨ ਪੋਲੀਟੀਸ਼ੀਅਨਸ, ਇਵਨ ਪ੍ਰੀਮੀਅਰ ਨੇ ਟਵੀਟ ਕੀਤਾ ਹੈ ਨਾ ਵੀ ਦਿਸ ਕਾਈਂਡ ਆਫ ਹੇਟਡ ਵਿਲ ਨਾਟ ਬੀ ਟੋਲਰੇਟਡ ਇਨ ਓਨਟਾਰੀਓ। ਸੋ ਉਹ ਬੜਾ ਦਿਲ ਨੂੰ ਚੰਗਾ ਲੱਗਿਆ ਕਿ ਆਪਾਂ ਵੀ ਆਰ ਆਲ ਟੁਗੇਦਰ ਹੈ ਨਾ। ਜੇ ਇਹ ਇੱਕਾ ਦੁੱਕਾ ਇਨਸੀਡੈਂਟਸ ਹੁੰਦੇ ਨੇ ਹੈ ਨਾ, ਕੋਈ ਜਿਹੜੇ ਸਿੱਖ ਮਾਈਂਡਸ ਹੈਗੇ ਕਮਿਊਨਿਟੀ ਵਿੱਚ। I don't know what, maybe lack of awareness, but it's certainly not okay, not in Canada, any country actually, but certainly not here where we are all about multiculturalism, inclusive, and we welcome everybody. And every human being needs to be treated with respect, and this is very disrespectful. And for kids to see something, some of those kids can read. ਵਿਸ਼ਵ ਸਿਹਤ ਸੰਗਠਨ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਕੋਵਿਡ-19 ਦੇ ਨਵੇਂ ਵੇਰੀਐਂਟ ਓਮਿਕਰੋਨ ਦੇ ਸਾਹਮਣੇ ਆਉਣ ਤੋਂ ਬਾਅਦ ਡੈਲਟਾ ਵੇਰੀਐਂਟ ਵਿਰੁੱਧ ਅਪਣਾਏ ਗਏ ਉਪਾਅ ਇਸ ਮਹਾਮਾਰੀ ਨਾਲ ਜੰਗ ਦੀ ਬੁਨਿਆਦ ਬਣੇ ਰਹਿਣੇ ਚਾਹੀਦੇ ਹਨ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਕਰੋਨਾ ਵਾਇਰਸ ਦਾ ਓਮਿਕਰੋਨ ਵੇਰੀਐਂਟ 38 ਦੇਸ਼ਾਂ ਵਿੱਚ ਫੈਲ ਚੁੱਕਾ ਹੈ ਅਤੇ ਉਹਨਾਂ ਖਦਸ਼ਾ ਜਤਾਇਆ ਕਿ ਓਮਿਕਰੋਨ ਵੇਰੀਐਂਟ ਅਜੇ ਹੋਰ ਕਈ ਦੇਸ਼ਾਂ ਵਿੱਚ ਫੈਲੇਗਾ। So there's a lot of information that's coming in about this Omicron variant of concern that was classified by WHO last Friday. We're learning every day a little bit more about this variant, but it will take some time for us to have the complete picture about what this variant means in terms of the way it will behave as it transmits and spreads. What we know right now, we consider several factors. One, we look at transmissibility. Is it more transmissible or less compared to the other variants of concern that are circulating around the world? We look at severity and disease presentation. Is there a change in disease severity, either more or less? And we look at impact on countermeasures. The use of public health and social measures, do they still work? Diagnostics, therapeutics, vaccines, do they still work? So there's a lot of research that's underway. We, as WHO, are having meetings every single day, multiple times per day, with researchers in South Africa as well as around the world on this particular variant, Omicron, on all of those factors. So what we know. In terms of transmission, there's data that is coming from South Africa and from some modeling groups that are looking at
the transmission. We do see an increasing growth rate. We see increasing numbers of Omicron being detected. And right now, the data is, I think, maybe a couple of hours old, but we have reports of Omicron in 38 countries in all 6 WHO regions. And we do see increasing trends in Omicron in South Africa. So there is a suggestion that there is increased transmissibility. What we need to understand is if it's more or less transmissible compared to Delta. The Delta variant is still dominant worldwide. That's important to keep in mind. So we need to see how Omicron compares with Delta when they're both circulating in the population at the same time. So it'll take a few more days, for us to get that information, and we're grateful for that research that's ongoing. With regards to severity, we have reports of people who are infected with Omicron that range in disease severity, from mild disease all the way to severe disease. Initial reports of Omicron came from a cluster of university students. These tend to be younger individuals, and those individuals tend to present with more mild infection. ਅਗਲੇ ਸਾਲ ਦੌਰਾਨ ਸਰੀ ਪੁਲਿਸ ਸਰਵਿਸ ਵਿੱਚ ਨਵੇਂ ਸਿਪਾਹੀਆਂ ਦੀ ਭਰਤੀ ਬਾਰੇ ਸੂਬਾਈ ਸਰਕਾਰ ਵੱਲੋਂ ਇੱਕ ਨਵਾਂ ਨਿਰਦੇਸ਼ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਸਰੀ ਵਿੱਚ ਆ ਰਹੀ ਨਵੀਂ ਮਿਊਨਿਸਪਲ ਪੁਲਿਸ ਦੇ ਕੁਝ ਅਫਸਰਾਂ ਨੇ ਮੌਜੂਦਾ ਸਰੀ RCMP ਨਾਲ ਰਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਪਰ ਕਿਹਾ ਜਾ ਰਿਹਾ ਹੈ ਕਿ ਅਜੇ ਸਰੀ ਪੁਲਿਸ ਨੂੰ ਪੂਰੀ ਤਰ੍ਹਾਂ ਇਕੱਲੇ ਕੰਮ ਕਰਨ ਨੂੰ ਲੰਮਾ ਅਰਸਾ ਲੱਗ ਸਕਦਾ ਹੈ। ਦੇਖੋ, ਇਹ ਪ੍ਰੋਸੀਜਰਲ ਡਿਲੇ ਹੈਗਾ ਕਿ ਜਿਹੜੀ ਸਿਕਿਉਰਿਟੀ ਕਲੀਅਰੈਂਸ RCMP ਨੂੰ ਚਾਹੀਦੀ ਹੈ ਉਹਨਾਂ ਦੇ ਨਾਲ ਕੰਮ ਕਰਨ ਲਈ, ਜਿਨ੍ਹਾਂ ਕੋਲੇ ਪਹਿਲਾਂ ਸੀਗੀ ਉਹ ਪਹਿਲਾਂ ਜਾ ਰਹੇ ਹੈਗੇ। ਦੂਸਰੇ ਜਿਹੜੇ ਮਿਊਨਿਸਪਲ ਪੁਲਿਸ ਆਫਿਸਰ ਜਿਹੜੇ ਦੂਸਰੀਆਂ ਡਿਪਾਰਟਮੈਂਟਸ ਨਾਲ ਕੰਮ ਕਰਦੇ ਆਏ ਆ, ਉਹਨਾਂ ਨੂੰ ਉਹ ਕਲੀਅਰੈਂਸ ਥਰੂ ਜਾਣਾ ਪੈਣਾ। ਸੋ ਕਈਆਂ ਨੂੰ ਥੋੜ੍ਹਾ ਜਲਦੀ ਮਿਲ ਜਾਣੀ ਹੈ, ਕਈਆਂ ਲਈ ਕਾਫੀ ਡਿਲੇ ਹੋਣਾ। ਦੇਖੋ, ਇਹ ਟ੍ਰਾਂਜੀਸ਼ਨ ਫੇਜ਼ ਹੈਗੀ, ਇਹਦੇ 'ਚ ਕਈ ਮੋੜ ਆਉਣੇ ਆ ਹਜੇ। ਸੋ ਜਿਵੇਂ ਸਰੀ ਪੁਲਿਸ ਨੇ ਪਹਿਲਾਂ ਇਹ ਆਸ ਕੀਤੀ ਸੀ ਕਿ 400 ਦੇ ਕਰੀਬ ਅਸੀਂ ਆਫਿਸਰ ਜਿਹੜੇ ਹੈਗੇ ਰੱਖ ਲੈਣੇ ਆ, ਕਿਉਂਕਿ ਕਾਫੀ ਐਪਲੀਕੇਸ਼ਨਸ ਆ ਰਹੀਆਂ, ਇੰਟਰਸਟ ਕਾਫੀ ਹੈਗਾ। ਪਰ ਪ੍ਰੋਮਿਸ ਨੇ ਇਕੱਲਾ ਸਰੀ ਨੂੰ ਨਹੀਂ ਦੇਖਣਾ, ਉਹਨਾਂ ਨੇ ਸਾਰੀਆਂ ਜੁਰਿਸਡਿਕਸ਼ਨ ਨੂੰ ਦੇਖਣਾ ਕਿ ਇਨਸਟੇਬਿਲਿਟੀ ਨਾ ਹੋ ਜਾਏ ਪੁਲਿਸਿੰਗ ਮਾਡਲ ਦੇ ਵਿੱਚ। ਸੋ ਸਰੀ ਨੂੰ ਵੀ ਇਹਦੇ ਮਨ 'ਚ ਹੈਗਾ, ਸਰੀ ਪੁਲਿਸ ਸਰਵਿਸ ਦੇ ਵੀ ਅਸੀਂ ਲੋਕਾਂ ਦੇ ਨਾਲ ਰਲ ਕੇ ਹੀ ਚੱਲਣਾ, ਦੂਸਰੀਆਂ ਜੁਰਿਸਡਿਕਸ਼ਨ ਨਾਲ, ਕਿ ਐਕਸਟਰਾ ਵੇਟ ਜਾਂ ਭਾਰ ਨਾ ਪਵੇ। ਸੋ ਇੱਕ ਬੈਲੈਂਸਡ ਅਪਰੋਚ ਰੱਖ ਕੇ ਜਿਹੜਾ ਇਹ ਕੈਪ ਲਾਇਆ ਗਿਆ ਹੈਗਾ 175 ਤੋਂ 200 ਦਾ ਹੈਗਾ ਉਹ ਇਸੇ ਕਰਕੇ ਲਾਇਆ ਗਿਆ, ਕਿਉਂਕਿ ਜੇ ਇੱਕਦਮ ਮੰਨ ਲਓ ਕਿ ਵੈਨਕੂਵਰ ਪੁਲਿਸ ਤੋਂ 50 ਹੋਰ ਆਫਿਸਰ ਆ ਜਾਣ, ਸੋ ਦੇ ਹੈਵ ਟੂ ਨਾਓ ਹਾਇਰ ਅਨਦਰ 50 ਆਫਿਸਰਸ। ਸੋ ਇੱਕ ਬੈਲੈਂਸਡ ਅਪਰੋਚ ਹੈਗੀ ਹੈ। ਸੋ ਉਹ ਕੈਪ ਉਸ ਗੱਲ ਨੂੰ ਮੱਦੇ ਨਜ਼ਰ ਰੱਖ ਕੇ ਲਾਇਆ ਗਿਆ, ਔਰ ਨੈਚੁਰਲੀ ਕਿ ਜੋ ਅਸੀਂ ਸੋਚਿਆ ਸੀ ਉਹਦੇ ਨਾਲ ਥੋੜ੍ਹਾ ਜਿਹਾ ਡਿਲੇ ਵਧੂਗਾ, ਪਰ ਟ੍ਰਾਂਜੀਸ਼ਨ ਅੱਗੇ ਵੱਧ ਰਹੀ। ਪੇ ਇਜ਼ ਨਾਟ ਦ ਇਸ਼ੂ। ਲੋਕਾਂ ਨੂੰ ਹੈਗਾ ਕਿ ਜਿਵੇਂ ਮੈਂ ਆਇਆ ਸੀਗਾ, ਬਹੁਤ ਸਾਰੇ ਆਫਿਸਰਸ ਨਾਲ ਗੱਲ ਕਰਕੇ ਦੇਖੀ ਕਿ ਇਹ ਇੱਕ ਪੁਲਿਸ ਆਫਿਸਰ ਦੀ ਲਾਈਫ ਦੇ ਵਿੱਚ ਇੱਕ ਬੜਾ ਯੂਨੀਕ ਇੱਕ ਓਪਰਚੁਨਿਟੀ ਆ ਕਿ ਇੱਕ ਆਰਗੇਨਾਈਜੇਸ਼ਨ ਗਰਾਊਂਡ ਅਪ ਇੱਕ ਜ਼ਮੀਨੀ ਪੱਧਰ ਤੋਂ ਖੜੀ ਹੋਣੀ, ਇਹਦੇ 'ਚ ਬਹੁਤ ਕੁਝ ਸਿੱਖਣ ਨੂੰ ਮਿਲਣਾ। ਇੱਕ ਹੁੰਦਾ ਹੈ ਕਿ ਜਦੋਂ ਤੁਸੀਂ ਇੱਕ ਸਿਸਟਮ ਦੇ ਵਿੱਚ ਪਏ ਹੋਣੇ, ਚਾਹੇ ਕਿਸੇ ਵੀ ਏਜੰਸੀ ਨਾਲ ਹੋਵੋ, ਤੁਹਾਨੂੰ ਗੈਪ ਥੋੜ੍ਹੇ ਦਿਖਦੇ ਆ ਕਿ ਕਾਸ਼ ਯਾਰ ਇਸ ਤਰ੍ਹਾਂ ਅਸੀਂ ਐਂ ਕਰ ਸਕਦੇ। ਸੋ ਹੁਣ ਉਹ ਓਪਰਚੁਨਿਟੀ ਹੈਗੀ ਕਿ ਤੁਹਾਡੇ ਜਿਹੜੇ ਫਰੈਸ਼ ਆਈਡੀਆ ਹੈਗੇ ਆ ਲੋਕਾਂ ਦੇ ਹੈਗੇ ਆ, ਉਹਨਾਂ ਨੂੰ ਮੈਨੇਜਮੈਂਟ ਸੁਣ ਰਹੀ ਆ ਔਰ ਲੋਕਾਂ ਦੇ ਨਾਲ ਰਲ ਕੇ ਚੱਲਣਾ ਚਾਹੁੰਦੀ ਆ। ਸੋ ਦਿਸ ਇਜ਼ ਅ ਯੂਨੀਕ ਓਪਰਚੁਨਿਟੀ ਫॉर ਬੋਥ ਪੁਲਿਸ ਆਫਿਸਰਸ ਲਈ ਵੀ, ਕਮਿਊਨਿਟੀ ਲਈ ਵੀ, ਤੇ ਓਵਰਆਲ ਜੇ ਦੇਖਿਆ ਜਾਵੇ ਪੁਲਿਸਿੰਗ ਮਾਡਲ। ਦੇਖੋ, ਮੈਂ ਤਾਂ ਪ੍ਰਮੋਸ਼ਨ ਲੈ ਕੇ ਨਹੀਂ ਆਇਆ, ਸੋ ਆਈ ਵਿਲ ਡੈਫੀਨਿਟਲੀ ਡਿਨਾਈ ਦੈਟ, ਕਿਉਂਕਿ ਓਪਰਚੁਨਿਟੀਜ਼ ਜਿਵੇਂ ਫੋਰਸ ਵਧਣੀ ਹੈ, ਨੈਚੁਰਲੀ ਹੋਰ ਹੋਣਗੀਆਂ ਓਪਰਚੁਨਿਟੀਜ਼। ਕਿੱਥੇ ਤੁਸੀਂ ਇੱਕ ਐਸਟੈਬਲਿਸ਼ਡ ਫੋਰਸ ਦੇ ਵਿੱਚ ਕੰਮ ਕਰ ਰਹੇ ਆ, ਔਰ ਇਹ ਕਾਫੀ ਵੱਡੀ ਪੁਲਿਸ ਸਰਵਿਸ ਬਣਨੀ ਹੈ, ਛੋਟੀ ਨਹੀਂ ਬਣਨੀ। ਸੋ ਜਿੰਨੀਆਂ ਵੀ ਜੁਰਿਸਡਿਕਸ਼ਨ ਆਸੇ-ਪਾਸੇ ਹੈਗੀਆਂ, ਉਹ ਨੰਬਰਸ ਦੇ ਹਿਸਾਬ ਨਾਲ ਛੋਟੀਆਂ ਹੋਣਗੀਆਂ ਇਹਦੇ ਲਈ। ਸੋ ਜਿੰਨੇ ਜ਼ਿਆਦਾ ਨੰਬਰ ਆ, ਉਨੀਆਂ ਜ਼ਿਆਦਾ ਓਪਰਚੁਨਿਟੀਜ਼। ਪਰ ਜਦੋਂ ਮੈਂ ਇੱਥੇ ਆਇਆ ਸੀ, ਆਈ ਕੇਮ ਐਟ ਦ ਸੇਮ ਰੈਂਕ।